करिए जी ਤੁਹਾਡਾ ਸਾਰਿਆਂ ਦਾ ਬੜੇ ਛੋਟੇ ਨੋਟਸ ਤੇ ਆਉਣ ਤੇ ਬਹੁਤ-ਬਹੁਤ ਧੰਨਵਾਦ। ਅੱਜ ਇੱਕ ਬਹੁਤ ਵੱਡਾ ਮੈਂ ਸਮਝਦਾ ਸਕੈਂਡਲ ਜਿਹੜਾ ਕਿ ਇਹ ਸਕੈਂਡਲ ਪਹਿਲਾਂ ਵੀ ਬਹੁਤ ਹੁੰਦੇ ਆਏ ਨੇ 2007 ਤੋਂ ਲੈ ਕੇ 2017 ਤੱਕ ਪੰਜਾਬ 'ਚ ਬਹੁਤ ਵੱਡੀ ਗਿਣਤੀ 'ਚ ਹੋਏ ਸੀ। ਉਸੇ ਤਰਜ਼ ਤੇ ਉਸੇ ਸਟਾਈਲ ਦੇ ਵਿੱਚ ਉਸੇ ਤਰੀਕੇ ਦੇ ਨਾਲ ਜਿਹੜੇ ਉਹ ਘਪਲੇ ਸੀ, ਜਿਹੜੇ ਸਕੈਂਡਲ ਸੀ, ਜਿਹੜਾ ਮਾਫੀਆ ਸੀ, ਹੁਣ ਵੀ ਪੰਜਾਬ 'ਚ ਉਸੇ ਤਰੀਕੇ ਕੰਮ ਕਰ ਰਿਹਾ। ਮੋਗਾ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਬਠਿੰਡਾ ਤੱਕ ਜਿਹੜਾ ਨੈਸ਼ਨਲ ਹਾਈਵੇ ਆ ਅੰਮ੍ਰਿਤਸਰ ਤੋਂ ਲੈ ਕੇ ਬਠਿੰਡਾ ਤੱਕ ਉਹਦੇ ਵਿੱਚ 105B ਜਿਹੜੀ ਰੋਡ ਨਿਕਲਣੀ ਆ ਜਿਹੜੀ ਕਿ ਧਰਮਕੋਟ ਹਲਕੇ ਵਿੱਚ ਦੀ ਹੁੰਦੀ ਹੋਈ ਲਹਾਰਾ ਚੌਂਕ ਤੋਂ ਲੰਡੇ ਕੇ ਧੱਲੇ ਕੇ ਦੁੰਨੇ ਕੇ ਮੋਗਾ ਮਹਿਲਾ ਸਿੰਘ ਹੁੰਦੀ ਹੋਈ ਬਾਘਾ ਪੁਰਾਣਾ ਜਾਣੀਆਂ ਜਿਹਦੇ ਵਿੱਚ ਮੈਂ ਸਮਝਦਾ ਰਾਮਪੁਰਾ ਫੂਲ ਬਾਜਾਖਾਨਾ ਮੋਗਾ ਇਹਦਾ ਬਹੁਤ ਇਸ ਹਲਕਿਆਂ ਦਾ ਬਹੁਤ ਵੱਡਾ ਹਿੱਸਾ ਉਹਦੇ ਵਿੱਚ ਆਉਣਾਗਾ। ਉਹਦਾ ਇੱਕ ਬਹੁਤ ਵੱਡਾ ਸਕੈਂਡਲ ਸਾਹਮਣੇ ਆਇਆਗਾ ਕਿ ਕਿਸ ਤਰ੍ਹਾਂ ਅਧਿਕਾਰੀ, ਕਿਸ ਤਰ੍ਹਾਂ ਪੋਲੀਟੀਸ਼ੀਅਨ, ਕਿਸ ਤਰ੍ਹਾਂ ਲੋਕਲ ਵਿਅਕਤੀ ਰਲ ਕੇ ਜਿਹੜੇ ਹੈਗੇ ਨੇ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹਨੂੰ ਸਸਤੇ ਭਾਅ ਤੇ ਲੈ ਕੇ ਅੱਗੇ ਸਰਕਾਰ ਨੂੰ ਜਿਹੜੀ ਹੈਗੀ ਆ ਸਰਕਾਰ ਤੋਂ ਮੁਆਵਜ਼ਾ ਲੈਣਗੇ। ਇਹ ਮੇਨ ਇਹਦਾ ਕਰਕਸ ਆ। ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਮਿਤੀ 10/1/2020 ਨੂੰ ਪ੍ਰੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਹਦੇ ਤਹਿਤ ਜਿਹੜਾ ਹੈਗਾ ਸੀ ਇਹ ਇਲਾਕੇ ਦੀ ਆਈਡੈਂਟੀਫਿਕੇਸ਼ਨ ਹੋਈ ਸੀ ਕਿ ਇਸ ਇਲਾਕੇ ਦੇ ਵਿੱਚ ਆ ਰੋਡ ਜਿਹੜੀ ਹੈਗੀ ਆ ਉਹ ਰੋਡ ਲੰਘਣੀ ਆ। ਉਸ ਤੋਂ ਬਾਅਦ ਉਹ ਆਬਜੈਕਸ਼ਨਾਂ ਦਾ ਦੌਰ ਆਬਜੈਕਸ਼ਨ ਲੈਣੇ ਹੁੰਦੇ ਨੇ ਪਰ ਲੇਕਿਨ ਸੈਕੰਡ ਨੋਟੀਫਿਕੇਸ਼ਨ ਜਿਹੜਾ ਫਾਈਨਲ ਨੋਟੀਫਿਕੇਸ਼ਨ ਸੀਗਾ ਉਹ 21/5/2020 ਨੂੰ ਹੋਇਆ। ਉਸ ਤੋਂ ਬਾਅਦ ਜਿਹੜਾ 3D ਨੋਟੀਫਿਕੇਸ਼ਨ ਹੁੰਦਾਗਾ 3D ਨੋਟੀਫਿਕੇਸ਼ਨ ਹੁੰਦਾਗਾ ਉਹ ਹੈਗਾ 22/5/2020 2020 ਨੂੰ 22/5/2020 ਨੂੰ ਫਾਈਨਲ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਜਾਰੀ ਹੋ ਗਿਆ ਯਾਨੀ ਕਿ ਇਹ ਜ਼ਮੀਨ ਇਹ ਰੋਡ ਵਾਸਤੇ ਜ਼ਮੀਨ ਐਕਵਾਇਰ ਕਰਨੀ ਆ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਪਹਿਲਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਮੈਂ ਤੁਹਾਨੂੰ ਪਹਿਲਾਂ ਸੀਗਾ। ਉਸ ਤੋਂ ਬਾਅਦ ਨਵੰਬਰ 2019 ਤੋਂ ਲੈ ਕੇ ਮਈ ਜਿਹੜਾ ਹੈਗਾ 2020 ਤੱਕ ਯਾਨੀ ਕਿ ਇਸ ਦੌਰਾਨ ਲਗਭਗ 55 ਤੋਂ ਵੱਧ ਲਗਭਗ ਮੋਰ ਦੈਨ 55 ਜਿਹੜੀਆਂ ਸੇਲ ਡੀਡ ਰਜਿਸਟਰੀਆਂ ਬਣੀਆਂ। ਲੋਕਾਂ ਨੇ ਜ਼ਮੀਨ ਖਰੀਦੀ, ਉਹ ਜ਼ਮੀਨ ਖਰੀਦੀ ਜਿਹੜੀ ਜ਼ਮੀਨ ਦਾ ਮੁਆਵਜ਼ਾ ਕਿਸਾਨਾਂ ਨੂੰ ਮਿਲਣਾ ਸੀ ਜੇਕਰ ਉਹਨਾਂ ਦੇ ਨਾਂ ਹੁੰਦੀ। ਇਹ ਅੱਗੇ ਜਾ ਕੇ ਮੈਂ ਤੁਹਾਨੂੰ ਐਗਜ਼ਾਮਪਲ ਦੇਵਾਂਗਾ ਉਦਾਹਰਨ ਵੀ ਕਿਸ ਕਾਰਨ ਨੇ ਫਰਾਡ ਹੋਇਆ। ਸੋ ਮੇਜਰ ਜਿਹੜੀ ਜ਼ਮੀਨ ਆ ਇਹਦੇ 'ਚ ਬਹੁਤ ਵੱਡਾ ਇੱਕ ਹੋਰ ਆ ਕਿ ਜਿਹੜੀ ਜ਼ਮੀਨ ਆ ਜਿਹੜੀ ਐਗਰੀਕਲਚਰ ਜ਼ਮੀਨ ਆ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਆ ਉਹਨੂੰ ਖਰੀਦ ਕੇ ਉਹਨੂੰ ਕਮਰਸ਼ੀਅਲ ਬਣਾ ਕੇ ਪੰਜਾਬ ਸਰਕਾਰ ਤੋਂ ਗਵਰਨਮੈਂਟ ਆਫ ਇੰਡੀਆ ਤੋਂ ਮੁਆਵਜ਼ਾ ਲੈਣਾਗਾ। ਉਹਨੂੰ ਕਮਰਸ਼ੀਅਲ ਬਣਾਇਆ ਜਾ ਰਿਹਾ, ਉਹਨੂੰ ਤਬਦੀਲ ਕੀਤਾ ਜਾ ਰਿਹਾ। ਉਹਦੀ ਜਿਹੜੀ ਕਿਸਮ ਆ ਉਹ ਤਬਦੀਲ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਮੁਆਵਜ਼ਾ ਵੱਧ ਤੋਂ ਵੱਧ ਲਿਆ ਜਾਵੇ। ਇਹਦੇ ਨਾਲ ਇੱਕ ਤਾਂ ਸਰਕਾਰੀ ਖਜ਼ਾਨੇ ਨੂੰ ਬਹੁਤ ਵੱਡੀ ਪੱਧਰ ਤੇ ਚੂਨਾ ਲੱਗੂਗਾ ਕਿਉਂਕਿ ਐਗਰੀਕਲਚਰ ਜ਼ਮੀਨ ਦਾ ਰੇਟ ਘੱਟ ਹੁੰਦਾ, ਕਮਰਸ਼ੀਅਲ ਜ਼ਮੀਨ ਦਾ ਵੱਧ ਹੁੰਦਾ। ਔਰ ਦੂਜਾ ਜਿਹੜੇ ਕਿਸਾਨ ਨੇ ਜ਼ਮੀਨ ਵੇਚਤੀ ਉਹਨੇ ਤਾਂ ਆਮ ਨਾਰਮਲ ਭਾਅ ਤੇ ਜ਼ਮੀਨ ਵੇਚੀ ਆ। ਉਹਨੇ ਤਾਂ ਜ਼ਮੀਨ ਜਿਹੜੀ ਹੈਗੀ ਆ ਰੂਟੀਨ 'ਚ ਜਿਵੇਂ ਆਪਾਂ ਜ਼ਮੀਨ ਖਰੀਦਦੇ ਆ ਵੇਚਦੇ ਆ ਉਸ ਤਰ੍ਹਾਂ ਵੇਚੀ ਆ ਪਰ ਲੇਕਿਨ ਸਰਕਾਰ ਤੋਂ ਉਹਨੂੰ ਕਈ ਗੁਣਾ ਜਿਹੜਾ ਮੁਆਵਜ਼ਾ ਮਿਲਣਾ ਸੀ ਉਹ ਮੁਆਵਜ਼ੇ ਤੋਂ ਰਹਿ ਗਿਆ। ਉਹਦਾ ਜਿਹੜਾ ਹੈਗਾ ਮੁਆਵਜ਼ਾਗਾ ਉਹ ਇਹ ਜਿਹੜਾ ਲੈਂਡ ਮਾਫੀਆ ਗਾ ਜਿਹੜੇ ਆਫੀਸਰ ਸਾਹਿਬਾਨ ਨੇ, ਜਿਹੜੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੂੰ ਪਤਾ ਸੀਗਾ, ਜਿਹੜੇ ਕਨਗੋ ਤੋਂ ਲੈ ਕੇ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਤੱਕ, SDM ਤੱਕ, DC ਤੱਕ ਜਿਨ੍ਹਾਂ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਆਹ ਜ਼ਮੀਨ ਜਿਹੜੀ ਆ ਇਸ ਜ਼ਮੀਨ ਦੇ ਉੱਤੇ ਰੋਡ ਬਣਨਾਗਾ, ਉਹ ਜ਼ਮੀਨ ਜਿਹੜੀ ਆ ਸਸਤੇ ਭਾਅ ਤੇ ਕਿਸਾਨਾਂ ਤੋਂ ਲੈ ਲਈ ਔਰ ਉਹਦੇ ਹੁਣ ਮਹਿੰਗੇ ਭਾਅ ਦਾ ਮੁਆਵਜ਼ਾ ਜਿਹੜਾ ਹੈਗਾ ਉਹ ਲੈਣਗੇ। ਇਹਦੇ ਨਾਲ ਮੈਂ ਸਮਝਦਾ ਬਹੁਤ ਸਾਰੇ ਕਿਸਾਨ ਜਿਹੜੇ ਗਰੀਬ ਨੇ, ਜਿਹੜੇ ਇਲਿਟਰੇਟ ਨੇ, ਜਿਹੜੇ ਅਨਪੜ੍ਹ ਸੀ, ਜਿਨ੍ਹਾਂ ਨੂੰ ਪਤਾ ਨਹੀਂ ਸੀਗਾ ਕਿ ਇੱਥੇ ਰੋਡ ਨਿਕਲਣੀ, ਉਹਨੂੰ ਬਹੁਤ ਵੱਡਾ ਚੂਨਾ ਜਿਹੜਾ ਲੱਗਿਆ। ਇਹ 2017 ਤੋਂ ਪਹਿਲਾਂ ਵੀ ਜਿੰਨੀਆਂ ਰੋਡਾਂ ਚਾਹੇ NH 71 ਨਿਕਲੀ ਸੀ, ਚਾਹੇ NH 64 ਨਿਕਲੀ ਸੀ, 64 ਤੇ 71 ਉਦੋਂ ਵੀ ਬਹੁਤ ਵੱਡਾ ਘਪਲਾ ਹੋਇਆ ਸੀ। ਉਦੋਂ ਵੀ ਜਿਹੜੇ ਆਮ ਲੋਕ ਸੀਗੇ ਉਹਨਾਂ ਨੂੰ ਬਰਗਲਾ ਕੇ ਉਹਨਾਂ ਦੀ ਨਾਸਮਝੀ ਦਾ ਫਾਇਦਾ ਉਠਾਉਂਦੇ ਹੋਏ ਉਸ ਸਮੇਂ ਦੀ ਸਰਕਾਰ ਦੇ ਮਿਨਿਸਟਰਾਂ ਨੇ, MLA ਸਾਹਿਬਾਨ ਨੇ ਔਰ ਜਿਹੜੇ ਹੋਰ ਵਿਅਕਤੀ ਸੀ, ਜਿਹੜੇ ਦਲਾਲ ਸੀ ਜਾਂ ਜਿਹੜੇ ਲੈਂਡ ਮਾਫੀਆ ਚਲਾਉਂਦੇ ਸੀ, ਉਹਨਾਂ ਨੇ ਜਿਹੜਾ ਹੈਗਾ ਬਹੁਤ ਵੱਡੀ ਠੱਗੀ ਪੰਜਾਬ ਦੇ ਲੋਕਾਂ ਨਾਲ ਮਾਰੀ ਸੀਗੀ। ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ ਪਰ ਅਫਸੋਸ ਦੀ ਗੱਲ ਆ ਕਿ ਕੋਈ ਜਾਂਚ ਨਹੀਂ ਹੋਈ, ਸਭ ਨੂੰ ਕਲੀਨ ਚਿੱਟ ਮਿਲ ਗਈ। ਹੁਣ ਉਸੇ ਤਰ੍ਹਾਂ ਦਾ ਉਸੇ ਸਟਾਈਲ ਦੇ ਵਿੱਚ ਇਹ ਵੀ ਘਪਲਾ ਨਵਾਂ ਸਾਹਮਣੇ ਆਇਆਗਾ। ਇਹ ਜਿਹੜੀ ਮਾਲ ਮਹਿਕਮੇ ਦੇ ਮਿਨਿਸਟਰ ਸਾਹਿਬਾਨ ਗੁਰਪ੍ਰੀਤ ਸਿੰਘ ਜੀ ਕਾਂਗੜ ਉਹਨਾਂ ਦੇ ਹਲਕੇ ਦਾ ਹਿੱਸਾ ਇਸ
ਜਿਹੜੀ ਜ਼ਮੀਨ ਐਕਵਾਇਰ ਹੋਈ ਹੈ ਇਹਦੇ ਵਿੱਚ ਆਉਂਦਾ ਗਾ। ਇਹਦੇ ਨਾਲ ਦੀ ਨਾਲ ਦੂਜੇ ਐਮਐਲਏ ਸਾਹਿਬਾਨ, ਜਿਹੜੇ ਐਮਐਲਏ ਸਾਹਿਬਾਨ ਨੇ ਮੋਗੇ ਤੋਂ, ਹਰਜੋਤ ਕਮਲ ਜੀ ਦਾ ਹਿੱਸਾ ਬਹੁਤ ਆਉਂਦਾ ਗਾ। ਹਰਜੋਤ ਕਮਲ ਜੀ ਦੇ ਰਿਸ਼ਤੇਦਾਰ, ਦੋਸਤ ਮਿੱਤਰ, ਉਹਨਾਂ ਨਾਲ ਕੰਮ ਕਰਦੇ ਵਿਅਕਤੀ ਇਸ ਲੈਂਡ ਮਾਫੀਏ ਸ਼ਾਮਲ ਨੇ। ਸਾਰਿਆਂ ਨੇ ਆਪਦੇ ਇਸ ਲੈਂਡ ਮਾਫੀਆ ਦੇ ਵਿੱਚ ਆਪਣੇ ਹੱਥ ਰੰਗੇ ਹੋਏ ਨੇਗੇ। ਸਾਰੇ ਵਿਅਕਤੀ ਜਿਹੜੇ ਹੈਗੇ ਨੇਗੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਤੇ, ਆਪਣੇ ਦੋਸਤਾਂ ਦੇ ਨਾਮ ਤੇ ਬੇਨਾਮੀ ਟ੍ਰਾਂਜੈਕਸ਼ਨ ਕਰਕੇ ਜਿਹੜਾ ਸਰਕਾਰ ਦਾ ਵੀ ਚੂਨਾ ਲਾਇਆ ਔਰ ਆਮ ਭੋਲੇ ਭਾਲੇ ਲੋਕਾਂ ਨੂੰ ਬੁਰੀ ਤਰ੍ਹਾਂ ਲੁੱਟਿਆ। ਇੱਕ ਰਜਿਸਟਰੀ ਆ, ਮੈਂ ਦਿਖਾਉਣਾ ਤੁਹਾਨੂੰ। ਮਨਜੀਤ ਕੌਰ ਵਿਧਵਾ ਗੀ ਜ਼ਮੀਨ ਖਰੀਦੀ ਗਈ ਆ 14/3/2020 ਨੂੰ। 14/3/2020 ਨੂੰ ਉਹਦੀ ਜ਼ਮੀਨ ਖਰੀਦੀ ਗਈ ਆ। ਜ਼ਮੀਨ ਦੀ ਪਾਵਰ ਆਫ ਅਟਾਰਨੀ ਲਈ ਆ ਕਿ ਤੇਰੀ ਜ਼ਮੀਨ ਨੂੰ ਅਸੀਂ ਅੱਗੇ ਵੇਚ ਸਕਦੇ ਹਾਂ। 14/3 ਨੂੰ ਪਾਵਰ ਆਫ ਅਟਾਰਨੀ ਲਈ, 14/3 ਨੂੰ ਹੀ ਉਸ ਦੀ ਸੇਲ ਡੀਡ ਹੋ ਜਾਂਦੀ ਆ ਸੇਮ ਡੇ ਤੇ, 14/3 ਨੂੰ ਹੀ ਉਹਦਾ ਇੰਤਕਾਲ ਹੋ ਜਾਂਦਾ ਗਾ, ਉਹਦੀ ਮੋਟੇਸ਼ਨ ਚੇਂਜ ਹੋ ਜਾਂਦੀ ਆ। ਯਾਨੀ ਕਿ ਪ੍ਰਸ਼ਾਸਨ 24 ਆਵਰ ਦੇ ਵਿੱਚ ਉਹ ਸਾਰੀ ਜ਼ਮੀਨ ਦਾ ਜਿਹੜਾ ਹੈਗਾ ਮਲਕੀਅਤ ਚੇਂਜ ਕਰ ਦਿੰਦਾ। ਜਦ ਕਿ ਆਮ ਤੌਰ ਤੇ ਆ ਵੀ ਜਦੋਂ ਜ਼ਮੀਨ ਖਰੀਦਦੇ ਆ ਤਾਂ ਮਹੀਨਾ 2 ਮਹੀਨੇ ਤੋਂ ਬਾਅਦ ਵੈਰੀਫਿਕੇਸ਼ਨ ਹੁੰਦੀ ਆ, ਪਟਵਾਰੀ ਜਾਂਦੇ ਨੇਗੇ, ਕਨਗੋ ਜਾਂਦਾ ਗਾ, ਉਹ ਹੋਣ ਤੋਂ ਬਾਅਦ ਜਿਹੜੀ ਆ ਮੋਟੇਸ਼ਨ ਚੇਂਜ ਹੁੰਦੀ ਆ। ਪਰ ਲੇਕਿਨ ਇਹਦੇ ਵਿੱਚ ਕੀ ਆ, ਸੇਲ ਡੀਡ ਸਿੱਧੀ ਨਹੀਂ ਹੋਈ। ਸੇਲ ਡੀਡ ਹੋਣ ਤੋਂ ਪਹਿਲਾਂ ਪਾਵਰ ਆਫ ਅਟਾਰਨੀ ਲਈ ਗਈ, ਪਾਵਰ ਆਫ ਅਟਾਰਨੀ ਲੈਣ ਤੋਂ ਬਾਅਦ ਸੇਲ ਡੀਡ ਉਸੇ ਦਿਨ। ਜੇਕਰ ਬਹੁਤ ਵੱਡਾ ਸਵਾਲ ਆ ਕਿ ਜੇਕਰ ਉਸ ਵਿਅਕਤੀ ਨੇ, ਮਨਜੀਤ ਕੌਰ ਨੇ ਜ਼ਮੀਨ ਵੇਚੀ ਸੀ, ਜੇਕਰ ਉਹ ਜ਼ਮੀਨ ਜਿਹੜੀ ਆ ਉਹਨੂੰ ਪਾਵਰ ਆਫ ਅਟਾਰਨੀ ਕਰਾਉਣ ਦੀ ਕੀ ਲੋੜ ਸੀ? ਜੇਕਰ ਉਹਨੇ ਸੇਲ ਡੀਡ ਕਰਾਉਣੀ ਸੀ, ਜੇ ਉਸੇ ਦਿਨ ਸੇਲ ਡੀਡ ਹੋਣੀ ਸੀਗੀ ਤਾਂ ਫਿਰ ਉਹ ਪਾਵਰ ਆਫ ਅਟਾਰਨੀ ਨਾ ਕਰਾਉਂਦੀ। ਇਸ ਗੱਲ ਦਾ ਸੰਕੇਤ ਆ ਕਿ ਹਾਂ ਉਸ ਔਰਤ ਦੇ ਨਾਲ ਘਪਲਾ ਹੋਇਆ, ਕਿਉਂਕਿ ਉਹ ਵਿਧਵਾ ਗਈ, ਉਹਦਾ ਬੱਚਾ ਜਿਹੜਾ ਹੈਗਾ ਉਹ ਇਸ ਕਾਬਲ ਨਹੀਂ ਹੈਗਾ ਕਿ ਉਹਨੂੰ ਅੰਡਰਸਟੈਂਡ ਕਰ ਸਕੇ ਕਿਸੇ ਨਾ ਕਿਸੇ ਕਾਰਨ। ਸੋ ਉਹਦੀ ਜਿਹੜੀ ਜ਼ਮੀਨ ਦੀ ਕੀਮਤ ਆ, ਉਹ ਜ਼ਮੀਨ ਦੀ ਕੀਮਤ ਉਦੋਂ ਦਿੱਤੀ ਗਈ 61 ਲੱਖ ਰੁਪਈਆ, 61 ਲੱਖ ਰੁਪਏ ਜਿਹੜੇ ਹੈਗੇ ਨੇਗੇ ਉਹਨੂੰ ਉਹਦੇ ਨਾਂ ਤੇ ਜਿਹੜੀ ਆ ਹੋਈ ਆ। ਪਰ ਲੇਕਿਨ ਉਹਦੀ ਜਿਹੜੀ ਬਾਜ਼ਾਰੀ ਕੀਮਤ ਆ, ਜਿਹੜੀ ਉਸ ਦੀ ਗਵਰਨਮੈਂਟ ਆਫ ਇੰਡੀਆ ਨੇ, ਗਵਰਨਮੈਂਟ ਆਫ ਪੰਜਾਬ ਨੇ ਜਾਂ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਆ ਜਿਹੜੀ ਪੇ ਕਰਨੀ ਆ, ਉਹ 1 ਕਰੋੜ 88 ਲੱਖ। ਜਿਹੜੀ ਜ਼ਮੀਨ ਮਨਜੀਤ ਕੌਰ ਦੀ ਆ ਉਹਦੀ ਜਿਹੜੀ ਕੀਮਤ ਸਰਕਾਰ ਨੇ ਪੇ ਕਰਨੀ ਆ ਉਹ ਆ 1 ਕਰੋੜ 88 ਲੱਖ। ਜਦ ਕਿ ਉਹਨੂੰ ਪੈਸੇ ਕਿੰਨੇ ਮਿਲਣੇ? ਸਿਰਫ ਤੇ ਸਿਰਫ 61 ਲੱਖ। ਹਜੇ ਜਿਹੜੇ ਉਹਦੇ ਪੈਸੇ ਰਹਿੰਦੇ ਵੀ ਨੇ, ਚਲੋ ਉਹਨਾਂ ਦਾ ਡਿਸਪਿਊਟ ਬਿਟਵੀਨ ਹੋਣਾਗਾ। ਪਰ ਲੇਕਿਨ ਜਿਹੜੀ ਵੱਡਾ ਉਦਾਹਰਣ ਆ ਇਸ ਗੱਲ ਦੀ ਆ ਕਿ ਇਸ ਵਿਅਕਤੀ ਦੀ ਜ਼ਮੀਨ, ਮਨਜੀਤ ਕੌਰ ਦੀ ਜ਼ਮੀਨ ਜਿਹਦੀ 61 ਲੱਖ ਦੀ ਰਜਿਸਟਰੀ ਹੋਈ ਆ, ਉਹਦੀ ਕੀਮਤ ਗਵਰਨਮੈਂਟ ਨੇ ਅਦਾ ਕਰਨੀ ਆ 1 ਕਰੋੜ 88 ਲੱਖ। ਸੋ ਇਸ ਗੱਲ ਦਾ ਸਪਸ਼ਟ ਆ ਕਿ ਕਿੱਡਾ ਵੱਡਾ ਜਿਹੜਾ ਇਹ ਸਕੈਮ ਜਿਹੜਾ ਸਾਹਮਣੇ ਆ ਰਿਹਾ। ਸੋ ਇਹਦੇ ਵਿੱਚ 2 ਵਿਅਕਤੀਆਂ ਦੇ ਨਾਮ ਬੜੇ ਸਪਸ਼ਟ ਨੇ ਕਿ ਪੰਜਾਬ ਦੇ ਜਿਹੜੇ ਮਾਲ ਮਹਿਕਮੇ ਦੇ ਮਿਨਿਸਟਰ ਨੇ ਗੁਰਪ੍ਰੀਤ ਸਿੰਘ ਕਾਂਗੜ, ਹਰਜੋਤ ਕਮਲ ਐਮਐਲਏ ਮੋਗਾ, ਇਹਨਾਂ ਦੋਨਾਂ ਵਿਅਕਤੀਆਂ ਨੇ ਇਸ ਸਕੈਮ ਦੇ ਵਿੱਚ ਆਪਣੇ ਹੱਥ ਰੰਗੇ ਨੇ ਔਰ ਬਹੁਤ ਭੋਲੇ ਭਾਲੇ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਸਸਤੇ ਰੇਟਾਂ ਤੇ ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਲੈਂਡ ਮਾਫੀਆ ਦੇ ਬੰਦਿਆਂ ਨਾਲ ਰਲ ਕੇ ਦਵਾਏ ਨੇ ਔਰ ਇਹ ਬਹੁਤ ਵੱਡਾ ਕਪੜਾ ਹੋਇਆਗਾ। ਇਹਦੇ ਸੰਬੰਧੀ 2 ਬੜੇ ਜਿਹੜੇ ਹੈਗੇ ਨੇ, ਇੱਕ ਮੋਗੇ ਦੇ ਕੋਈ ਕਾਂਗਰਸ ਦੇ ਲੀਡਰ ਨੇਗੇ, ਰਵੀ ਗਰੇਵਾਲ, ਵਕੀਲ ਰਵੀ ਗਰੇਵਾਲ, ਉਹਨਾਂ ਨੇ ਵੀ ਆਪਣੀ ਸਰਕਾਰ ਤੇ ਦੋਸ਼ ਲਾਏ ਨੇ ਕਿ ਸਾਡੀ ਸਰਕਾਰ ਦੇ ਵਿੱਚ ਐਮਐਲਏ ਸਾਹਿਬਾਨ, ਮਿਨਿਸਟਰ ਸਾਹਿਬਾਨ ਵੱਡੇ ਘਪਲੇ ਕਰ ਰਹੇ ਨੇ। ਯਾਨੀ ਇਸ ਗੱਲ ਦੀ ਮੈਂ ਤਾਂ ਤੁਹਾਨੂੰ ਕਹਿਣਾਗਾ ਕਿ ਕਾਂਗਰਸ ਪਾਰਟੀ ਦੇ ਨੁਮਾਇੰਦੇ ਵੀ ਇਸ ਗੱਲ ਤੇ ਦੋਸ਼ ਲਾ ਰਹੇ ਕਿ ਸਾਡੀ ਸਰਕਾਰ ਦੇ ਵਿੱਚ ਉਸੇ ਤਰ੍ਹਾਂ ਮਾਫੀਆ ਚੱਲ ਰਿਹਾ, ਉਸੇ ਤਰ੍ਹਾਂ ਲੁੱਟ-ਖਸੁੱਟ ਹੋ ਰਹੀ ਆ ਜਿਵੇਂ ਸੁਖਬੀਰ ਸਿੰਘ ਬਾਦਲ ਦੇ ਸਮੇਂ 'ਚ ਹੁੰਦੀ ਸੀਗੀ। ਸੋ ਇਹਦੇ ਆ ਜਿਹੜੀ ਮੈਂ ਦੂਜੀ ਤੁਹਾਨੂੰ ਇੱਕ ਤਸਵੀਰ ਦਿਖਾ ਦਿਆਂ ਕਿ ਮਨਜੀਤ ਕੌਰ ਬੈਠੀ ਆ ਸੇਮ ਦੇ, ਮਨਜੀਤ ਕੌਰ ਤੇ ਉਹਨਾਂ ਦੀ ਨੂੰਹ ਨੇ ਮੋਗੇ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਸਾਡੇ ਨਾਲ ਬਹੁਤ ਵੱਡੀ ਠੱਗੀ ਹੋਈ ਆ। ਪਰ ਲੇਕਿਨ ਪੰਜਾਬ ਸਰਕਾਰ ਨੇ ਇਸ ਤੇ ਕੋਈ ਵੀ ਜਿਹੜਾ ਹੈਗਾ ਸਟੈਪ ਨਹੀਂ ਲਿਆ ਹੈਗਾ। ਸੋ ਇਸ ਗੱਲ ਕਰਕੇ ਅੱਜ ਅਸੀਂ ਪੰਜਾਬ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਹੋਣੀ ਚਾਹੀਦੀ ਆ, ਕਿਉਂਕਿ ਇਹ ਇਸ ਤੋਂ ਪਹਿਲਾਂ ਵੀ ਇੱਕ ਸਕੈਮ ਹੋਇਆ ਸੀ। ਤੁਹਾਨੂੰ ਯਾਦ ਹੋਊਗਾ ਕਿ ਮੋਗੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬੋਲਦੀ ਜ਼ਮੀਨ ਜਦੋਂ ਨੈਸ਼ਨਲ ਹਾਈਵੇ 71 ਹੋਣ ਚ ਆਇਆ ਸੀ, ਉਦੋਂ ਵੀ ਘਪਲਾ ਸਾਹਮਣੇ ਆਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਬੋਲਦੀ ਜ਼ਮੀਨ ਦਾ ਜਾਲੀ ਵਾ ਫਰਜ਼ੀ ਰਿਕਾਰਡ ਤਿਆਰ ਕਰਕੇ ਉਹ ਜਿਹੜੀ ਜ਼ਮੀਨ ਆ ਵੇਚੀ ਗਈ ਆ, ਉਹਦੀ ਜਿਹੜਾ ਮੁਆਵਜ਼ਾ ਲਿਆ ਗਿਆ ਔਰ ਉਸ ਸਮੇਂ ਵੀ ਜਿਹੜਾ ਹੈਗਾ ਉਹਦਾ ਹਜੇ ਤੱਕ ਜਿਹੜਾ ਹੈਗਾ ਕੋਈ ਵੀ ਦੋਸ਼ੀ ਨਹੀਂ ਫੜਿਆ ਗਿਆ। ਔਰ ਇਸ ਤੋਂ ਬਿਨਾਂ ਮੋਗੇ ਦੇ ਵਿੱਚ ਮੈਂ ਹੋਰ 2 ਐਗਜ਼ਾਮਪਲਾਂ ਦੇਵਾਂਗਾ ਕਿ ਮੋਗੇ ਦਾ ਇੱਕ ਮਿਸ਼ਨ ਸਕੂਲ ਸੀਗਾ,
ਇਹ ਗੁਰੂ ਗ੍ਰੰਥ ਸਾਹਿਬ ਦੀ ਜ਼ਮੀਨ ਦੀ ਗੱਲ ਆ। ਇਹ 71 ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ 71 ਦਾ ਉਹਦਾ ਕਪੜਾ ਸੀਗਾ, ਕੋਈ ਕਾਰਵਾਈ ਨਹੀਂ ਹੋਈ ਹੈਗੀ। ਇਹ 2017 ਤੋਂ ਅਕਾਲੀ ਦਲ ਵੇਲੇ ਦਾ ਕਪੜਾ ਗਾ, ਉਹਨਾਂ ਨੇ ਕੀਤਾ ਸੀਗਾ। ਸੋ ਉਸ ਤੋਂ ਬਿਨਾਂ ਮਿਸ਼ਨ ਸਕੂਲ, ਇੱਕ ਮੋਗੇ ਦਾ ਮਿਸ਼ਨ ਸਕੂਲ ਜਿਹੜਾ ਕਿ 100 ਸਾਲ ਤੋਂ ਪੁਰਾਤਨ ਸਕੂਲ ਆ, ਜਿਹੜਾ ਬਹੁਤ ਵੱਡਾ ਸਕੂਲ ਸੀਗਾ, ਬਹੁਤ ਪੁਰਾਣੇ ਸਮੇਂ ਤੋਂ ਕੰਮ ਕਰਦਾ ਸੀਗਾ, ਮਿਸ਼ਨ ਸਕੂਲ ਦਾ ਨਾਮ ਵੱਜਦਾਗਾ। ਸੋ ਉਹਦਾ ਵੀ ਕਪੜਾ ਸਾਹਮਣੇ ਆਇਆ ਸੀ। ਉਸ ਸਮੇਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ। ਉਹ ਸੈਸ਼ਨ ਦੇ ਦੌਰਾਨ ਅਸੀਂ ਇਸ ਗੱਲ ਦਾ ਖੁਲਾਸਾ ਕੀਤਾ ਸੀ। ਸਰਕਾਰ ਨੇ ਉਦੋਂ ਜਿਹੜਾ ਹੈਗਾ ਪ੍ਰੈਸ਼ਰ ਥੱਲੇ ਆ ਕੇ FIR ਜ਼ਰੂਰ ਦਰਜ ਕੀਤੀ, ਪਰ ਲੇਕਿਨ ਹਜੇ ਤੱਕ ਜਿਨ੍ਹਾਂ ਲੋਕਾਂ ਨੇ ਰਿਕਾਰਡ ਨਾਲ ਟੈਂਪਰਿੰਗ ਕੀਤੀ, ਜਿਨ੍ਹਾਂ ਨੇ ਲੋਕਾਂ ਨੇ ਰਿਕਾਰਡ ਨਾਲ ਛੇੜਛਾੜ ਕੀਤੀ, ਜਿਨ੍ਹਾਂ ਨੇ ਰਿਕਾਰਡ ਚੇਂਜ ਕੀਤਾ, ਫਰਜ਼ੀਵਾਦਾ ਲਈ ਰਿਕਾਰਡ ਤਿਆਰ ਕੀਤਾ, ਉਹਨਾਂ ਦੇ ਖਿਲਾਫ ਹਜੇ ਤੱਕ ਕਿਸੇ ਦੀ ਕੋਈ ਅਰੈਸਟ ਨਹੀਂ ਹੋਈ, ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ, ਬਲਕਿ ਦੋਸ਼ੀ ਜਿਹੜੇ ਸ਼ਰੇਆਮ ਉਸੇ ਤਰ੍ਹਾਂ ਘੁੰਮ ਰਹੇ ਨੇ। ਉਸ ਤੋਂ ਬਾਅਦ ਉਸੇ ਇੱਕ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਦੇ ਸਾਹਮਣੇ ਸੈਂਟਰ ਡਿਪਾਰਟਮੈਂਟ ਦੀ, ਸੈਂਟਰਲ ਮਹਿਕਮੇ ਦੀ ਜ਼ਮੀਨ ਸੀ ਜਿਹੜੀ ਉੱਥੇ ਹੈਗੀ ਆ, ਉਹਦੇ ਵਿੱਚ ਲੋਕਾਂ ਨੇ ਸੰਘਰਸ਼ ਕੀਤਾ। ਉਹ ਜ਼ਮੀਨ ਜਿਹੜੀ ਆ ਉਹ ਵੀ ਲੈਂਡ ਮਾਫੀਆ ਮੋਗੇ ਦੇ ਵਿੱਚ ਦੱਬਣ ਲੱਗਿਆ ਸੀਗਾ। ਲੋਕਾਂ ਨੇ ਸੰਘਰਸ਼ ਕੀਤਾ। ਲੋਕਾਂ ਦੇ ਸੰਘਰਸ਼ ਤੋਂ ਬਾਅਦ ਲੋਕਾਂ ਨੇ ਜਦੋਂ ਡਿਪਟੀ ਕਮਿਸ਼ਨਰ ਨੂੰ ਮਜਬੂਰ ਕੀਤਾ ਤਾਂ ਡਿਪਟੀ ਕਮਿਸ਼ਨਰ ਨੂੰ ਉੱਥੇ ਆ ਬੋਰਡ ਲਾਉਣਾ ਪਿਆ। ਕੀ ਲਿਖਿਆ ਇਹਦੇ ਵਿੱਚ? ਇਹ ਪਲਾਟ ਭਾਰਤ ਸਰਕਾਰ ਦੀ ਜਾਇਦਾਦ ਹੈ, ਅਣਅਧਿਕਾਰਿਤ ਪ੍ਰਵੇਸ਼ ਕਰਨ ਵਾਲੇ ਵਿਅਕਤੀ ਤੇ ਫੌਜਦਾਰੀ ਕਾਰਵਾਈ ਕੀਤੀ ਜਾਊ। ਯਾਨੀ ਇਹ ਤਾਂ ਮੈਂ ਦੱਸ ਰਿਹਾ ਤੁਹਾਨੂੰ ਕਿ ਉੱਥੇ ਮੋਗਾ ਜਿਹੜਾ ਹੈਗਾ, ਜਿੱਥੇ ਮੈਂ ਪਹਿਲਾਂ ਵੀ ਜਾ ਕੇ ਆਇਆ, ਮੋਗੇ ਵੀ ਜਾ ਕੇ ਆਇਆ, ਤੁਹਾਡੇ ਜਰੀਏ ਵੀ ਗੱਲ ਕੀਤੀ ਆ ਕਿ ਜਿੱਥੇ ਮੋਗਾ ਸੈਕਸ ਸਕੈਂਡਲਾਂ ਦਾ ਘਰ ਬਣਿਆ ਹੋਇਆ, ਉੱਥੇ ਜਿਹੜਾ ਮੋਗਾ ਗਾ ਉਹ ਲੈਂਡ ਮਾਫੀਆ ਨੇ ਜਿਹੜਾ ਹੈਗਾ ਉੱਥੇ ਬਹੁਤ ਹੱਥ ਚੁੱਕੀ ਹੋਈ ਆ। ਲੈਂਡ ਮਾਫੀਆ ਜਿਹੜਾ ਬਹੁਤ ਸਰਗਰਮਾ, ਸਾਰੇ ਅਫਸਰ ਸਾਹਿਬਾਨ, ਸਾਰੇ ਪੋਲੀਟੀਸ਼ੀਅਨ ਜਿਹੜੇ ਉੱਥੇ ਲਗਾਤਾਰ ਘਪਲੇ ਕਰ ਰਹੇ ਨੇ, ਔਰ ਸਰਕਾਰ ਦੀ ਉੱਥੇ ਦੇ ਮਾਲ ਮਹਿਕਮਾ ਦੇ ਮੰਤਰੀ ਸਾਹਿਬਾਨ ਕਾਂਗੜ ਸਾਹਿਬ ਉਸ ਜ਼ਿਲ੍ਹੇ ਦੇ ਨੇਗੇ, ਉਹਨਾਂ ਦੀ ਦੇਖ ਰੇਖ ਦੇ ਅੰਦਰ ਇਹ ਮਾਫੀਆ ਚੱਲ ਰਿਹਾ। ਕਿਉਂਕਿ ਜਿਨ੍ਹਾਂ ਅਧਿਕਾਰੀਆਂ ਦੀ ਜਾਂਚ ਨੈਸ਼ਨਲ ਹਾਈਵੇ 71 ਯਾਨੀ 71 ਦੇ ਸਮੇਂ ਜਿਹੜੇ ਪਟਵਾਰੀਆਂ ਤੇ, ਜਿਹੜੇ ਕਾਨੂੰਗੋਆਂ ਤੇ, ਜਿਹੜੇ ਅਫਸਰਾਂ ਤੇ ਉਂਗਲ ਚੱਕੀ ਗਈ ਸੀ, ਜਿਨ੍ਹਾਂ ਦੀ ਵਿਜੀਲੈਂਸ ਵਿਭਾਗ ਨੇ ਜਾਂਚ ਕੀਤੀ ਸੀ, ਉਹੀ ਅਧਿਕਾਰੀ ਲੱਭ ਕੇ ਲਿਆ ਕੇ ਇਸ ਰੋਡ ਦੀ ਜਦੋਂ ਲੈਂਡ ਐਕਵਾਇਰ ਹੋਣੀ ਆ ਉੱਥੇ ਲਾਏ ਗਏ, ਤਾਂ ਕਿ ਜਿਹੜੇ ਐਕਸਪਰਟ, ਜਿਹੜੇ ਘਪਲਾ ਕਰਨ ਦੇ ਮਾਹਰ, ਜਿਹੜੇ ਲੋਕਾਂ ਨੂੰ ਲੁੱਟਣ ਦੇ ਮਾਹਰ ਵਿਅਕਤੀ, ਉਹਨਾਂ ਦੇ ਸੇਵਾਵਾਂ, ਯਾਨੀ ਕਿ ਇਸ ਜਦੋਂ ਜ਼ਮੀਨ ਨੰਬਰ 105B ਦੀ ਜਦੋਂ ਐਕਵਾਇਰ ਹੋਈ ਆ, ਜਦੋਂ ਇਹਦਾ ਪ੍ਰੋਸੈਸ ਸ਼ੁਰੂ ਹੋਇਆ, ਉਦੋਂ ਉਹਨਾਂ ਹੀ ਅਧਿਕਾਰੀਆਂ ਨੂੰ ਲਾਇਆ ਗਿਆ ਤਾਂ ਕਿ ਜਿਹੜਾ ਇਸ ਜ਼ਮੀਨ ਨੂੰ ਅੱਛੇ ਤਰੀਕੇ ਨਾਲ ਲੋਕਾਂ ਤੋਂ ਖੋਹ ਲਿਆ ਜਾਵੇ ਔਰ ਲੋਕਾਂ ਨੂੰ ਜਿਹੜਾ ਹੈਗਾ ਅੱਛੇ ਤਰੀਕੇ ਨਾਲ ਜਾਂ ਸਹੀ ਤਰੀਕੇ ਨਾਲ ਮੁਆਵਜ਼ਾ ਨਾ ਮਿਲੇ। ਸੋ ਇਹ ਬਹੁਤ ਵੱਡਾ ਸਕੈਂਡਲ ਆ। ਸੋ ਅਸੀਂ ਕੈਪਟਨ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ, ਇਸ ਲੈਂਡ ਮਾਫੀਆ ਦੀ ਜਾਂਚ ਆ ਜਿਹੜੀ, ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲੈਟਰ ਲਿਖਿਆ ਜਾਵੇ ਕਿ ਇਸ ਦੀ ਮਾਮਲੇ ਦੀ ਜਾਂਚ ਆ ਜਿਹੜੀ ਉਹ ਸਿਟਿੰਗ ਜੱਜ, ਹਾਈ ਕੋਰਟ ਦਾ ਜਿਹੜਾ ਮੌਜੂਦਾ ਜੱਜ ਆ ਉਹ ਜਾਂਚ ਕਰੇ, ਤਾਂ ਮੈਂ ਸਮਝਦਾ ਕਿ ਜਾ ਕੇ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ। ਨਹੀਂ ਤਾਂ ਉਹ ਉਸੇ ਤਰੀਕੇ ਜਿਵੇਂ 2017 ਤੋਂ ਪਹਿਲਾਂ ਇੱਕ ਲੈਂਡ ਮਾਫੀਆ ਪੰਜਾਬ 'ਚ ਕੰਮ ਕਰਦਾ ਸੀਗਾ, ਉਹ ਲੈਂਡ ਮਾਫੀਆ ਹੁਣ ਵੀ ਉਸੇ ਤਰ੍ਹਾਂ ਕੰਮ ਕਰ ਰਿਹਾ ਹੈਗਾ। ਉਹ ਲੈਂਡ ਮਾਫੀਆ ਨੂੰ ਨਹੀਂ, ਮੈਂ ਸਮਝਦਾ ਕੋਈ ਨਹੀਂ ਫੜ ਸਕਦਾ, ਕਿਉਂਕਿ 2017 ਤੋਂ ਪਹਿਲਾਂ ਜਿੰਨੇ ਘਪਲੇ ਹੋਏ ਉਹਨਾਂ ਸਾਰਿਆਂ ਘਪਲਿਆਂ 'ਚੋਂ ਬਚ ਗਏ। ਇਹ ਇਕੱਲੇ ਬੱਚੇ ਨੂੰ ਪਤਾ ਗਾ ਕਿ ਕਿਸ ਤਰ੍ਹਾਂ ਜਦੋਂ ਇਹ ਜ਼ਮੀਨਾਂ ਦਾ ਰਿਕਾਰਡ ਟੈਂਪਰ ਹੋ ਰਿਹਾ, ਉੱਥੇ ਜਿਹੜੇ ਛੋਟੇ ਜਿਨ੍ਹਾਂ ਦੀ 10 ਗਜ 20 ਗਜ 30 ਗਜ 40 ਗਜ ਜਾਂ ਜਿਨ੍ਹਾਂ ਦੀ ਮੈਂ ਸਮਝਦਾ 5 ਮਰਲੇ 4 ਮਰਲੇ ਜ਼ਮੀਨ ਆਉਂਦੀ ਆ, ਉਹਨਾਂ ਦਾ ਵੀ ਜਾਲੀ ਵਾ ਫਰਜ਼ੀ ਰਿਕਾਰਡ ਤਿਆਰ ਕਰਕੇ ਉੱਥੇ ਉਹਨਾਂ ਨੂੰ ਇਸ ਮੁਆਵਜ਼ਾ ਲੈਣ ਤੋਂ ਬਿਰਵੇ ਕੀਤਾ ਜਾ ਰਿਹਾ, ਵਾਂਝੇ ਕੀਤਾ ਜਾ ਰਿਹਾ। ਸੋ ਇਸ ਗੱਲ ਲਈ ਅੱਜ ਤੁਹਾਨੂੰ ਸੱਦਿਆ ਸੀ। ਤੁਹਾਡਾ बहुत बहुत धन्यवाद। एनी क्वेश्चन? ये रोड जो है बठिंडा से नहीं बठिंडा से जो मोगा सॉरी अमृतसर, बठिंडा से जो अमृतसर जाने वाली रोड है, जो मेन हाईवे है, उसको जोड़ने के लिए जो रोड है 105 भी रोड आ जी कि अमृतसर ते बठिंडा मेन हाईवे नूं इलाका धर्मकोट, इलाका मोगा, इलाका रामपुरे फूल नाल जोड़दी आ, वो रोड आ गई। बिल्कुल नैशनल हाईवे के अंडर आउंदा गा, पर लेकिन इहदी जिम्मेवारी जिहड़ी हुंदी आ वो पंजाब सरकार दी हुंदी आ। पंजाब सरकार ने जमीन अक्वायर करके गवर्नमेंट ऑफ इंडिया नूं देनी हुंदी है। बिल्कुल असीं सब तो पहलां तां ये देखांगे कि कैप्टन साहब इहदे ते कोई एक्शन लैंदे ने या नहीं लैंदे। उस तो बाद बिल्कुल साडा जिहड़ा कानूनी सैल आ, क्योंकि हुण लॉकडाउन लग्या जिहड़ा हैगा उस गल करके असीं ग्राउंड ते जिहड़ा धरने उस तरीके दे नहीं हो सकते, पर लेकिन ये लिए असीं जिहड़ा हैगा कानूनी एक्शन भी लवांगे। बिल्कुल अज ही साडा रिकॉर्ड जिहड़ा हैगा सारा ते इहदे च जिहड़ियां नवंबर एक जिहड़ी होर मेरी मंग आ कि नवंबर तो बाद जिहड़ियां रजिस्ट्रियां होईयां नेगीआं वो सारियां तुरंत रद्द कीतियां जाण और जिन्हां ने भी रजिस्ट्रियां करवाईयां नेगीआं
ਉਹਨਾਂ ਸਾਰਿਆਂ ਦਾ ਮੁਆਵਜ਼ਾ ਤੁਰੰਤ ਰੋਕਿਆ ਜਾਵੇ ਕਿ ਜੇਕਰ ਉਹ ਲੋਕ ਮੁਆਵਜ਼ਾ ਲੈ ਗਏ ਤਾਂ ਜਿਹੜੇ ਅਸਲੀ ਮੁਆਵਜ਼ਾ ਲੈਣ ਦੇ ਹੱਕਦਾਰ ਨੇ ਉਹ ਲੋਕ ਵਾਂਝੇ ਰਹਿ ਜਾਣਗੇ। ਤੁਸੀਂ ਹਾਲ ਤੱਕ 55 ਦੱਸਿਆ ਕਿ 55 ਰਜਿਸਟਰੀਆਂ ਹੋ ਗਈਆਂ, ਹੋਰ ਕਿਹਦੇ ਨਾਮ ਤੇ ਕੁਝ ਪਤਾ ਲੱਗਿਆ? ਦੇਖੋ ਇਹ ਜਾਂਚ ਦਾ ਵਿਸ਼ਾ ਗਾ ਕਿ ਕਿਹੜੇ ਕਿਹੜੇ ਵਿਅਕਤੀ ਇਨਵੋਲਵ ਨੇ, ਪਰ ਲੇਕਿਨ ਮੁੱਢਲੇ ਰੂਪ ਦੇ ਵਿੱਚ ਜਿਹੜੀਆਂ ਸਾਹਮਣੇ ਆਈਆਂ ਨੇਗੀਆਂ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸਰਕਾਰ ਤੋਂ ਡਰਦੇ ਮਾਰੇ ਬਾਹਰ ਨਹੀਂ ਆ ਰਹੇ, ਔਰ ਕਿਉਂਕਿ ਉੱਥੇ ਐਡਾ ਵੱਡਾ ਆਤੰਕ ਆ, ਐਡਾ ਵੱਡਾ ਇਹਨਾਂ ਲੋਕਾਂ ਦਾ ਮਾਫੀਏ ਦਾ ਜਿਹੜਾ ਹੈਗਾ ਜਾਲ ਵਿਛਿਆ ਹੋਇਆ ਕਿ ਲੋਕ ਸਾਹਮਣੇ ਨਹੀਂ ਆ ਰਹੇ। ਇਹ ਜਦੋਂ ਜਾਂਚ ਹੋਊਗੀ ਤਾਂ ਬਹੁਤ ਸਾਰੇ ਰਿਸ਼ਤੇਦਾਰ, ਬਹੁਤ ਸਾਰੇ ਦੋਸਤ ਮਿੱਤਰ ਜਿਨ੍ਹਾਂ ਦਾ ਕਨੈਕਸ਼ਨ ਮੰਤਰੀ ਸਾਹਿਬਾਨ ਨਾਲ, ਜਿਸ ਦਾ ਕਨੈਕਸ਼ਨ ਮੈਂ ਸਮਝਦਾਗਾ MLA ਸਾਹਿਬਾਨ ਨਾਲ ਜੁੜਦਾ, ਉਹ ਸਾਹਮਣੇ ਆਉਣਗੇ। ਸੋ ਇਸ ਗੱਲ ਕਰਕੇ ਇੱਕ ਹੋਰ ਨਵੀਂ ਜਿਹੜੀ ਗੱਲ ਆ ਕਿ ਸਾਰੇ ਜਿਹੜਾ ਲੈਣ ਦੇਣਾ ਉਹ ਵੀ ਬੈਂਕ ਕਿਹੜਾ, ਐਕਸਿਸ ਬੈਂਕ ਅਜੀਤਵਾਲ, ਐਕਸਿਸ ਬੈਂਕ ਅਜੀਤਵਾਲ ਦੇ ਵਿੱਚ ਖਾਤਾ ਖੁਲਾਇਆ ਗਿਆ, ਸਾਰੀ ਪੇਮੈਂਟ ਯਾਨੀ ਇੱਕ ਬੈਂਕ 'ਚ ਹੋਣੀ ਉਹ ਵੀ ਪ੍ਰਾਈਵੇਟ ਬੈਂਕ 'ਚ। ਇਹ ਵੀ ਇਸ ਗੱਲ ਦਾ ਸੰਕੇਤ ਆ ਕਿ ਬਹੁਤ ਵੱਡਾ ਘਪਲਾ ਹੋਇਆਗਾ। ਕਿੰਨੀ ਜ਼ਮੀਨ ਹੈ ਜਿਹੜੀ ਇਸ ਤਰ੍ਹਾਂ ਐਕਵਾਇਰ ਕਰਨੀ ਹੈ? ਇਹ ਜ਼ਮੀਨ ਦੀ ਜਿਹੜੀ ਮੇਜਰਮੈਂਟ ਤਾਂ ਹੈ ਨਹੀਂ, ਪਰ ਲੇਕਿਨ ਬਹੁਤ ਚੰਕ ਆਫ ਲੈਂਡ ਆ ਜਿਹੜੀ 300 ਇਹਦੇ 'ਚ ਜਿਹੜੀ ਪੈਸੇ ਇਨਵੋਲਵ ਨੇ, ਕੰਪਨਸੇਸ਼ਨ ਇਨਵੋਲਵ ਆ, ਉਹ ਲਗਭਗ 360 ਕਰੋੜ ਤੋਂ ਉੱਪਰ ਦਾ ਜਿਹੜਾ ਪੈਸੇ 'ਚ ਇਨਵੋਲਵ ਨੇ, ਜਿਹੜੇ ਕਿਸਾਨਾਂ ਨੂੰ ਜਾਂ ਜਿਹੜੇ ਮਾਲਕ ਨੇ ਜਾਂ ਛੋਟੇ ਕੋਈ ਦੁਕਾਨਦਾਰ ਆ ਉਹ ਇਨਵੋਲਵ 360 ਕਰੋੜ ਤੋਂ ਵੱਧ ਦਾ ਜਿਹੜਾ ਪੈਸੇ ਨੇ 'ਚ ਉਹ ਇਨਵੋਲਵ ਨੇ। ਉਹ ਸਿਰਫ 1 ਏਕੜ ਜ਼ਮੀਨ ਦਾ ਕਬਜ਼ਾ ਸੌਦਾ ਸੀਗਾ, 30 ਮਰਲੇ ਦਾ ਸੌਦਾ ਸੀਗਾ। ਉਹ 30 ਮਰਲੇ ਦਾ 61 ਲੱਖ 'ਚ ਹੋਇਆ ਸੀਗਾ, ਹਜੇ ਉਹਦੇ ਪੂਰੇ ਪੈਸੇ ਨਹੀਂ ਮਿਲੇ ਹੈਗੇ, ਪਰ ਲੇਕਿਨ ਉਹਦੀ ਜਿਹੜੀ ਜਦੋਂ ਉਹਨੂੰ ਉਸ ਜ਼ਮੀਨ ਨੂੰ ਜਦੋਂ ਡਿਪਾਰਟਮੈਂਟ ਪੈਸੇ ਦੇਊਗਾ ਉਸ ਜ਼ਮੀਨ ਦੇ ਜਿਹਦੇ 61 ਲੱਖ ਸੌਦਾ ਹੋਇਆ ਤਾਂ 1 ਕਰੋੜ 88 ਲੱਖ ਰੁਪਇਆ ਬਣਦਾ, ਸਰਕਾਰੀ ਰੇਟ ਬਣਦਾ। ਯਾਨੀ ਕਿ ਤੁਸੀਂ ਲਾਓ ਵੀ ਸਵਾ ਕਰੋੜ ਦਾ ਘਪਲਾ ਗਾ। ਇਹ ਜਿਹੜਾ ਰੀਹੈਬਿਲੇਸ਼ਨ ਐਂਡ ਰੀਸੈਟਲਮੈਂਟ ਲੈਂਡ ਐਕਟ ਹੈਗਾ, ਰੀਹੈਬਿਲੇਸ਼ਨ ਐਂਡ ਲੈਂਡ ਸੈਟਲਮੈਂਟ ਐਕਟ 2013, ਉਹਦੇ ਤਹਿਤ ਇੰਨਾ ਮੁਆਵਜ਼ਾ ਉਹਨੂੰ ਮਿਲਣਾ ਹੀ ਮਿਲਣਾ ਸੀਗਾ ਜੇਕਰ ਕਿਤੇ ਉਹ ਮਾਲਕ ਉਹ ਹੁੰਦੀ। ਜੇ ਉਹਨੂੰ ਇਹ ਸਾਰੀ ਗੱਲ ਦਾ ਪਤਾ ਹੁੰਦਾ, ਜੇ ਉਹ ਭੋਲੀ ਭਾਲੀ ਨਾ ਹੁੰਦੀ ਤਾਂ ਉਹ ਕਿਉਂ ਨਾ 1 ਮਹੀਨੇ ਜਾਂ 10 ਦਿਨ ਵੇਟ ਕਰਦੀ। ਸੋ ਵੇਟ ਕਰ ਸਕਦੀ ਸੀਗੀ। ਸੋ ਇੱਥੋਂ ਪਤਾ ਲੱਗਦਾ ਕਿ ਇਹ ਜਿਹੜੇ ਮਾਫੀਆ ਗਾ, ਲੈਂਡ ਮਾਫੀਆ ਗਾ, ਉਹ ਆਮ ਭੋਲੇ ਭਾਲੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕਾਨੂੰਨ ਦਾ ਨਹੀਂ ਪਤਾ, ਜਿਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਇੱਥੇ ਸੜਕ ਬਣਨੀ ਆ ਜਾਂ ਨਹੀਂ ਬਣਨੀ, ਇਹ ਸਕੈਮ ਹੋ ਰਿਹਾ ਗਾ। ਇਹ ਜਿੰਨੀਆਂ ਵੀ ਜਿਹੜੀਆਂ ਇਸ ਤੋਂ ਬਿਨਾਂ ਜਿੰਨੀਆਂ ਵੀ ਪੰਜਾਬ ਜ਼ਮੀਨਾਂ ਅਕਵਾਇਰ ਹੋ ਰਹੀਆਂ, ਜਿੱਥੇ ਵੀ ਹੋ ਰਹੀਆਂ ਨੇ, ਉੱਥੇ ਲੈਂਡ ਮਾਫੀਆ ਪਹਿਲਾਂ ਜਾ ਕੇ ਸਰਗਰਮ ਹੁੰਦਾ ਗਾ, ਭੋਲੇ ਭਾਲੇ ਲੋਕਾਂ ਨੂੰ ਟਰੈਪ ਕਰਦਾ ਗਾ, ਉਹਨਾਂ ਨੂੰ ਲੁੱਟਦਾ ਗਾ। ਦੇਖੋ ਜਿਹੜਾ CLU ਦੀ ਗੱਲ ਤੁਸੀਂ ਕਰਦੇ ਹੋ, ਇੱਕ ਜ਼ਮੀਨ ਮੰਨ ਲਓ 1 ਬਿੱਗਾ ਗਈ, ਉਹ ਜ਼ਮੀਨ 1 ਬਿੱਗਾ ਲੈ ਕੇ ਉਹਦੇ ਤੇ ਇੱਕ ਛੋਟਾ ਜਿਹਾ ਕਮਰਾ ਖੜਾ ਕਰ ਦਿੰਦੇ ਨੇ ਕਿ ਕਮਰਾ ਖੜਾ ਕਰਕੇ ਉਹਦੀਆਂ ਫੋਟੋਆਂ ਖਿੱਚ ਕੇ CLU ਤਿਆਰ ਕਰ ਲੈਂਦੇ ਨੇ ਵੀ ਇਹ ਕਮਰਸ਼ੀਅਲ ਆ, ਵੀ ਇਹ ਗਲਤੀ ਨਾਲ ਰਿਕਾਰਡ 'ਚ ਐਗਰੀਕਲਚਰ ਲਿਖੀ ਗਈ, ਇਹ ਹੈਗੀ ਹੈ ਕਮਰਸ਼ੀਅਲ, ਉਹਨੂੰ ਕਮਰਸ਼ੀਅਲ ਬਣਾਇਆ ਜਾਂਦਾ। ਪਹਿਲਾਂ 71 ਤੇ ਬਹੁਤ ਵੱਡਾ ਘਪਲਾ ਹੋਇਆ, NH 71 ਦਾ, NH 64 ਦਾ ਹੋਇਆਗਾ। ਹੁਣ ਆ ਜਿਹੜਾ ਹੈਗਾ ਇਹ ਛੋਟੀ ਜੀ, ਹਾਲਾਂਕਿ ਬਹੁਤ ਛੋਟੀ ਅਕਵਾਇਰ ਆ, ਪਰ ਲੇਕਿਨ ਇਹਦੇ ਵਿੱਚ ਵੀ 360 ਕਰੋੜ ਰੁਪਇਆ ਇਨਵੋਲਵ ਆ। ਇਹਦੇ ਵਿੱਚ ਬਹੁਤ ਵੱਡਾ ਲੋਕਾਂ ਨੂੰ ਜਿਹੜਾ ਹੈਗਾ ਮੁਆਵਜ਼ਾ ਜਿਹੜਾ ਨਹੀਂ ਮਿਲਣਾ, ਜਿਹੜੇ ਮੈਂ ਸਮਝਦਾ ਜਿਹੜੇ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਸੀ। ਇਹ ਦੇਖिए एक सेल डीड में एक सेल डेट ਦੇ ਵਿੱਚ ਕੱਲੀ ਇੱਕ ਸੇਲ ਡੀਡ ਦੇ ਵਿੱਚ ਜੇ 1.25 ਕਰੋੜ ਰੁਪਈਆ ਗਾ ਇੱਕ ਬੰਦੇ ਦਾ ਮਾਰਿਆ ਜਾ ਰਿਹਾ, ਤਾਂ ਤੁਸੀਂ ਦੇਖੋ ਵੀ ਜਿਹੜੀਆਂ ਮੋਰ ਦੈਨ 55 ਰਜਿਸਟਰੀਆਂ ਨੇ ਤੇ ਉਹਦੇ ਵਿੱਚ ਕਿੰਨਾ ਹੋਊਗਾ, ਤਾਂ ਲਗਭਗ 70-80 ਕਰੋੜ ਰੁਪਏ ਦਾ ਜਿਹੜਾ ਹੈਗਾ ਸ਼ਰੇਆਮ ਬਿਲਕੁਲ ਹੀ ਜਿਹੜੀ ਨੇਕਡ ਆਈ ਨਾਲ ਦਿਖ ਰਿਹਾ ਹੈਗਾ। ਇਸ ਤੋਂ ਬਿਨਾਂ ਜਦੋਂ ਅਸੀਂ ਇਨਵੈਸਟੀਗੇਸ਼ਨ ਹੋਊਗੀ ਤਾਂ ਇਸ ਤੋਂ ਵੀ ਕਿਤੇ ਜ਼ਿਆਦਾ ਇਹਦਾ ਸਾਹਮਣੇ ਆਉਣ ਦੀ ਉਮੀਦ ਆ। ਜਿਹੜੇ ਕਿਸਾਨਾਂ ਦੀ ਲੈਂਡ ਹੈ, ਜੇ ਉਹਨਾਂ ਨੂੰ ਡਾਇਰੈਕਟ ਮੁਆਵਜ਼ਾ ਮਿਲਦਾ ਤਾਂ ਐਗਰੀਕਲਚਰ ਲੈਂਡ ਦਾ ਮਿਲਦਾ ਤਾਂ ਕਿੰਨਾ ਉਹਨਾਂ ਨੂੰ ਮੁਆਵਜ਼ਾ ਮਿਲਦਾ, ਕਿਉਂਕਿ ਇਹ ਕਮਰਸ਼ੀਅਲ ਰੇਟ ਨਾਲ ਮਿਲਿਆ ਹੋ। ਨਹੀਂ, ਜਿਹੜੀ ਐਗਰੀਕਲਚਰ ਜ਼ਮੀਨ ਹੈਗੀ, ਜਿਹੜੀ ਐਗਰੀਕਲਚਰ ਜ਼ਮੀਨ ਹੁੰਦੀ ਹੈ ਉਹਨੂੰ ਐਗਰੀਕਲਚਰ ਦਾ ਮੁਆਵਜ਼ਾ ਮਿਲਦਾਗਾ। ਜਿਹੜੀ ਜ਼ਮੀਨ ਉਹ ਜ਼ਮੀਨ ਮੈਂ ਗੱਲ ਕਰ ਰਿਹਾ ਜਿਹੜੀ ਐਗਰੀਕਲਚਰ ਤੋਂ, ਤਾਂ ਐਗਰੀਕਲਚਰ ਕਿਸਾਨ ਤੋਂ ਲੈ ਲਈ ਜਾਂਦੀ ਹੈ ਵੀ ਤੇਰੀ ਐਗਰੀਕਲਚਰ ਜ਼ਮੀਨ ਆ, ਐਗਰੀਕਲਚਰ ਦੇ ਬਹਾਨੇ। ਉਸ ਤੋਂ ਬਾਅਦ ਉਹਨੂੰ ਕਮਰਸ਼ੀਅਲ ਬਣਾ ਕੇ ਸਰਕਾਰ ਤੋਂ ਕਰੋੜਾਂ ਰੁਪਏ ਲਿਆ ਜਾਂਦਾ, ਯਾਨੀ ਕਿ ਉਹਨੂੰ ਜੇ ਐਗਰੀਕਲਚਰ ਦਾ ਵੀ ਘੱਟ ਪੈਸੇ ਮਿਲਦੇ ਨੇ, ਜਿੰਨੇ ਉਹਨੂੰ ਮਿਲਣੇ ਚਾਹੀਦੇ ਉਹਨੇ ਵੀ ਨਹੀਂ ਮਿਲਦੇ। ਜੇਕਰ ਉਹ ਐਗਰੀਕਲਚਰ ਵੀ ਦੀ ਗੱਲ ਕਰਦੇ ਆ ਤਾਂ ਵੀ ਉਹਨੂੰ 4 ਗੁਣਾ ਜਿਹੜਾ ਮੁਆਵਜ਼ਾ ਮਿਲਣਾ ਹੁੰਦਾ। ਹਾਂਜੀ, ਨਹੀਂ, ਕਿਸਾਨਾਂ ਨਾਲ ਵੀ ਧੋਖਾ ਹੋਇਆ। ਕਿਸਾਨਾਂ ਨਾਲ ਇਸ ਗੱਲ ਕਰਕੇ ਧੋਖਾ ਹੋਇਆ ਜਿਹਦੇ ਜ਼ਮੀਨ ਅੱਜ ਵੇਚੀ ਆ, ਜੇ ਉਹਨੂੰ ਪਤਾ ਹੁੰਦਾ ਕਿ ਇਸ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ, ਇਹਦਾ ਪ੍ਰੀ ਨੋਟੀਫਿਕੇਸ਼ਨ ਜਾਰੀ ਹੋ ਗਿਆ, ਸਾਡੀ ਜ਼ਮੀਨ ਅਕਵਾਇਰ ਹੋਣੀ ਹੈਗੀ, ਤਾਂ ਮੈਂ ਸਮਝਦਾ ਉਹਨੂੰ ਜਿਹੜਾ ਮੁਆਵਜ਼ਾ ਸੀਗਾ, ਜੇ ਉਹਦੇ 50 ਲੱਖ ਦੀ ਜ਼ਮੀਨ ਆ ਤਾਂ ਉਹਨੂੰ 2 ਕਰੋੜ ਰੁਪਏ ਮੁਆਵਜ਼ਾ ਮਿਲਣਾ ਤੇ ਉਹ 1.5 ਕਰੋੜ ਤੋਂ ਵਾਂਝਾ ਰਹਿ ਗਿਆ। ठीक है। इंडस्ट्री को लेके पंजाब की इंडस्ट्री
ਦੇਖੋ ਪੰਜਾਬ ਸਰਕਾਰ ਕੱਲੀ ਇੰਡਸਟਰੀ ਦੀ ਮਦਦ ਨਹੀਂ ਕਰ ਰਹੀ, ਪੰਜਾਬ ਸਰਕਾਰ ਕਿਸੇ ਵੀ ਵਿਭਾਗ ਦੀ ਕੋਈ ਮਦਦ ਨਹੀਂ ਕਰ ਰਹੀ, ਚਾਹੇ ਪੰਜਾਬ ਦੇ ਆਮ ਲੋਕ ਹੋਣ, ਚਾਹੇ ਪੰਜਾਬ ਦੀ ਜਿਹੜੀ ਆ ਪੰਜਾਬ ਦਾ ਐਜੂਕੇਸ਼ਨ ਡਿਪਾਰਟਮੈਂਟ ਹੋਵੇ। ਇੰਡਸਟਰੀ ਨੂੰ ਲੈ ਕੇ ਤਾਂ ਖਾਸ ਤੌਰ ਤੇ ਕੈਪਟਨ ਸਾਹਿਬ ਨੇ ਇੱਕ ਵੀ ਜਿਹੜੀ ਆ ਰਾਹਤ ਦਾ ਐਲਾਨ, ਚਾਹੇ ਉਹ ਬਿਜਲੀ ਸੈਕਟਰ ਦੇ ਵਿੱਚ ਹੋਵੇ, ਚਾਹੇ ਮੁਆਵਜ਼ਾ ਦੇਣ ਦੇ ਖੇਤਰ ਦੇ ਵਿੱਚ ਹੋਵੇ, ਚਾਹੇ ਟੈਕਸ ਨੂੰ ਮਾਫ ਕਰਨ ਦੇ ਵਿੱਚ ਹੋਵੇ, ਇੱਕ ਵੀ ਜਿਹੜਾ ਹੈ ਇੱਕ ਪੈਸੇ ਦਾ ਸਿੰਗਲ ਪੈਸੇ ਦਾ ਵੀ ਰਿਬੇਟ ਜਿਹੜੀ ਆ ਇੰਡਸਟਰੀ ਨੂੰ ਦਿੱਤੀ ਹੈਗੀ। ਇਸੇ ਗੱਲ ਕਰਕੇ ਜਿਹੜੀ ਅੱਜ ਵੱਡੀ ਪੱਧਰ ਤੇ ਪੰਜਾਬ ਦੀ ਇੰਡਸਟਰੀ ਬੰਦ ਹੋ ਰਹੀ ਹੈ ਔਰ ਪੰਜਾਬ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਇੰਡਸਟਰੀ 'ਚ ਕੰਮ ਕਰਦੇ ਸੀ ਉਹ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ।